ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਜਰਨਲਿਸਟ। ਮਨਪ੍ਰੀਤ ਜੀ, ਵੈਲਕਮ। ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਭਰ ਸਰਦ ਮੌਸਮ 'ਚ ਚੁਣਾਵੀ ਹੀਟ ਨੂੰ ਸੇਕਦਿਆਂ ਅੱਜ ਪਹਿਲਾ ਦਿਨ ਬੜਾ ਦਿਲਚਸਪ ਹੈ। ਇਲੈਕਸ਼ਨ ਕਮਿਸ਼ਨ ਨੇ ਪਹਿਲਾ ਨੋਟਿਸ ਸਰਵ ਕਰਤਾ ਅਕਾਲੀ ਦਲ ਦੀ ਸ਼ਿਕਾਇਤ ਤੇ ਆਮ ਆਦਮੀ ਪਾਰਟੀ ਦੇ ਖਿਲਾਫ। ਜੇ ਆਮ ਆਦਮੀ ਪਾਰਟੀ ਔਰ ਸੰਯੁਕਤ ਸਮਾਜ ਮੋਰਚੇ ਦੇ ਦੋ ਆਗੂਆਂ ਦੀ ਵਾਇਰਲ ਗੱਲਬਾਤ ਤੇ ਨਹੀਂ ਜਾਵਾਂਗੇ ਤਾਂ ਗੱਲ ਬਣਨੀ ਨਹੀਂ। ਦਿਲਚਸਪਾ ਗੱਲ ਕਰ ਲੈਂਦੇ ਆ। ਲੇਕਿਨ ਜਿਹੜਾ ਡੇਰਾ ਸਿਰਸਾ ਹੈ ਉਹਦਾ ਪੰਜਾਬ ਦੀ ਚੁਣਾਵੀ ਰਾਜਨੀਤੀ 'ਚ ਪਿਛਲੇ 3 ਚੋਣਾਂ ਤੋਂ ਰੋਲ ਵੱਡਾ ਹੁੰਦਾ ਗਿਆ ਔਰ ਉਹ ਜਿਹੜਾ ਰੋਲ ਹੈ, ਮਾਫੀ ਚਾਹੁੰਦਾ, ਵੱਡਾ ਹੀ ਨਹੀਂ ਹੁੰਦਾ ਗਿਆ। ਉਹ ਆਲੋਚਨਾਤਮਕ ਵੀ ਰਿਹਾ ਔਰ ਉਹ ਧਾਰਮਿਕ ਰਹੁ ਰੀਤਾਂ ਦੇ ਨਜ਼ਰੀਏ ਤੋਂ ਪੰਗੇ ਵਾਲਾ ਵੀ ਰਿਹਾ। ਹਰੇਕ ਧਰਮ ਦਾ ਆਪਣਾ ਤੌਰ ਤਰੀਕਾ ਹੈ, ਹਰੇਕ ਨੂੰ ਹੱਕ ਆ। ਸੰਵਿਧਾਨ ਕਹਿੰਦਾ ਜਿਹਨੂੰ ਮਰਜ਼ੀ ਮੰਨੋ, ਸਾਡਾ ਕੋਈ ਇਤਰਾਜ਼ ਨਹੀਂ। ਸਾਡੇ ਕੋਲ ਤਾਂ ਪਸਰੀਆਂ ਘਟਨਾਵਾਂ ਤੇ ਚਰਚਾ ਹੈ, ਜਿਹਦੇ ਵਿੱਚ ਅਕਾਲ ਤਖਤ ਆਉਂਦੇ ਆ, ਜਿਹਦੇ ਵਿੱਚ ਬੇਅਦਬੀਆਂ ਆਉਂਦੀਆਂ, ਜਿਹਦੇ ਚ ਬਾਦਲਕਿਆਂ ਤੇ ਇਹਨਾਂ ਦੇ ਗੱਠਜੋੜਾਂ ਦੀ ਗੱਲ ਆਉਂਦੀ ਆ। ਤੇ ਅੱਜ ਫਿਰ ਇੱਕ ਵਾਰੀ ਬਹੁਤ ਸਾਰੇ ਆਗੂਆਂ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ, ਉਹਦੇ ਉੱਤੇ ਚਰਚਾ ਬਣਦੀ ਹੈ। ਔਰ ਇੱਕ ਹੋਰ ਖਬਰ ਜਿਹਨੇ ਪੰਜਾਬ ਦੇ ਵਿੱਚ ਭੜਥੂ ਪਾਈ ਰੱਖਣਾ, ਸੰਯੁਕਤ ਸਮਾਜ ਮੋਰਚਾ ਇਕੱਠਾ ਹੋਇਆ, ਉਹਦੇ ਵਿੱਚ ਕੁਝ ਆਰਟਿਸਟ ਵੀ ਆਏ ਨੇ, ਉਹਨਾਂ ਕੁਝ ਕਮੇਟੀਆਂ ਬਣਾਈਆਂ ਨੇ। ਮੈਨੂੰ ਲੱਗਦਾ ਸਭ ਤੋਂ ਤਿੱਖੀ ਚੋਣ ਮੁਹਿੰਮ ਸੰਯੁਕਤ ਸਮਾਜ ਮੋਰਚੇ ਦੀ ਹੋਣ ਵਾਲੀ ਆ, ਕਿਉਂਕਿ ਇਹ ਪਹਿਲੀ ਵਾਰੀ ਦੰਗਲ 'ਚ ਨਿਤਰਿਆ। ਇਹਦੇ ਤੇ ਆਪਣੇ ਤੇ ਦੋਸ਼ ਬਹੁਤੇ ਹੈ ਨਹੀਂ ਗੇ, ਕਿਉਂਕਿ ਇਹਨਾਂ ਨੇ ਸੱਤਾ ਨਹੀਂ ਹੰਢਾਈ ਔਰ ਇਹ ਦੂਜਿਆਂ ਤੇ ਦੋਸ਼ ਪੂਰੇ ਜ਼ੋਰ ਨਾਲ ਲਾਉਣਗੇ। ਖਾਸ ਤੌਰ ਤੇ ਆਮ ਆਦਮੀ ਪਾਰਟੀ ਮੈਨੂੰ ਨਿਸ਼ਾਨੇ ਤੇ ਲੱਗਦੀ ਆ। ਰਵਾਇਤੀ ਪਾਰਟੀਆਂ ਨੂੰ ਤਾਂ ਇਹ ਡਿਸਕਾਰਡ ਹੀ ਕਰੀ ਫਿਰਦੇ ਆ। ਹੁਣ ਪੰਜਾਬ ਦੀ ਰਾਜਨੀਤੀ ਪਹਿਲੀ ਵਾਰੀ ਇੰਨੀ ਗਹਿ-ਗਚ ਹੋਣ ਵਾਲੀ ਆ ਕਿ ਤੁਹਾਨੂੰ ਆਪਣੀ ਸਮਝ ਨੂੰ ਸਾਣ ਤੇ ਲਾਉਣਾ ਪੈਣਾ। ਮੇਰੇ ਸਮੇਤ ਅਸੀਂ ਸਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਮੈਨੂੰ ਜਿਹੜੀ ਡੇਰਾ ਸਲਾਬਤਪੁਰੇ ਦੀ ਗੱਲ ਆ, ਜਿਹਦੇ ਵਿੱਚ ਡੇਰੇ ਸਿਰਸੇ ਦਾ ਜ਼ਿਕਰ ਹੈ ਔਰ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਨੇ, ਤੁਸੀਂ ਅਤੀਤ ਦੀ ਤਸਵੀਰ ਨੂੰ ਧੁੰਦਲੀ ਨਾ ਕਰਕੇ ਵੇਖੋਗੇ ਤਾਂ ਬਹੁਤ ਸਾਰੇ ਲਾਈਨ 'ਚ ਅਕਾਲ ਤਖਤ ਸਾਹਿਬ ਤੇ ਖੜੇ ਨਜ਼ਰ ਆਉਂਦੇ ਆ, ਅਕਾਲੀ ਕਾਂਗਰਸੀ। ਲੇਕਿਨ ਹਰੇਕ ਨੂੰ ਹੱਕ ਆ, ਹਰੇਕ ਧਰਮ ਮੰਨ ਸਕਦਾ, ਅਸੀਂ ਕਿਸੇ ਦੇ ਖਿਲਾਫ ਨਹੀਂ। ਲੇਕਿਨ ਘਟਨਾਵਾਂ ਚਰਚਾ ਮੰਗਦੀਆਂ, ਬੇਅਦਬੀ ਮਾਮਲੇ ਔਰ ਹੋਰ ਬਹੁਤ ਸਾਰੀਆਂ ਘਟਨਾਵਾਂ, ਦਰਜ ਮਾਮਲੇ ਤੇ ਚੀਜ਼ਾਂ, ਉਹਦੇ ਨਜ਼ਰੀਏ ਤੋਂ ਪੰਜਾਬ ਦੀ ਚੋਣ ਰਣਨੀਤੀ, ਰਾਜਨੀਤੀ, ਪਾਰਟੀਆਂ ਦਾ ਇਸ ਡੇਰੇ ਪ੍ਰਤੀ ਫਿਰ ਅੱਗੇ ਵਧਣਾ ਤੇ ਡੇਰੇ ਦਾ ਨਜ਼ਰੀਆ, ਮੈਨੂੰ ਖੋਲ ਕੇ ਇਹਨਾਂ ਮੁੱਦਿਆਂ ਦੇ ਉੱਤੇ ਦੱਸਿਓ। ਅਸੀਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ, ਪਹਿਲਾਂ ਕਹਿ ਦਈਏ, ਲੇਕਿਨ ਚਰਚਾ ਤਾਂ ਚਰਚਾ ਹੈ, ਕਰਨੀ ਬਣਦੀ ਆ ਜੀ। ਰੰਧਾਵਾ ਜੀ, ਤੁਸੀਂ ਦੇਖੋ, ਜਿਹੜੇ ਸਿਰਸਾ ਡੇਰੇ ਦੇ ਮੁਖੀ ਨੇ ਗੁਰਮੀਤ ਰਾਮ ਰਹੀਮ, ਉਹ ਆਲਰੇਡੀ ਸਜ਼ਾ ਭੁਗਤ ਰਹੇ ਆ। ਇਹ ਗੱਲ ਬਿਲਕੁਲ ਇੱਕ ਵੱਖਰੀ ਆ। ਲੇਕਿਨ ਏਦਾਂ ਲੱਗਦਾ ਜਿਵੇਂ ਸਿਆਸੀ ਪਾਰਟੀ ਦਾ ਇਹਨਾਂ ਡੇਰੇ, ਇਹ ਇਕੱਲਾ ਡੇਰਾ ਨਹੀਂ ਹੈ, ਕਿਉਂਕਿ ਗੱਲ ਇਸ ਡੇਰੇ ਦੀ ਹੋ ਰਹੀ, ਅਸੀਂ ਤਾਂ ਕਰ ਰਹੇ ਹਾਂ। ਲੇਕਿਨ ਮੈਨੂੰ ਲੱਗਦਾ ਸਿਆਸੀ ਨੇਤਾਵਾਂ ਦਾ ਜਾਂ ਸਿਆਸੀ ਪਾਰਟੀਆਂ ਦੇ ਡੇਰਿਆਂ ਬਗੈਰ ਸਰਦਾ ਨਹੀਂ। ਹੁਣ ਤੁਸੀਂ ਇੱਕ ਚੀਜ਼ ਦੇਖੋ, ਤੁਹਾਨੂੰ ਜਿਹੜਾ ਸਲਾਬਤਪੁਰ ਦੇ ਵਿੱਚ ਇਕੱਠ ਹੋਇਆ, ਕਿਉਂਕਿ ਡੇਰਾ ਜਿਹੜੇ ਪ੍ਰੇਮੀ ਨੇ ਉਹ ਅਕਸਰ ਉੱਥੇ ਇਕੱਠ ਕਰਦੇ ਰਹਿੰਦੇ ਨੇ ਤੇ ਉੱਥੇ ਬੜਾ ਭਾਰੀ ਇਕੱਠ ਹੁੰਦਾ। ਇਸ ਚੀਜ਼ ਨੂੰ ਕੈਸ਼ ਕਰਨ ਲਈ ਤੁਹਾਨੂੰ ਸਾਰਿਆਂ ਨੂੰ, ਆਪਾਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੇ 15 ਜਨਵਰੀ ਤੱਕ ਸਾਰੀਆਂ ਫਿਜ਼ੀਕਲ ਰੈਲੀਜ਼ ਤੇ ਰੋਕ ਲਾਈ ਹੋਈ ਆ। ਤੇ ਉਹ ਚਾਹੁੰਦੇ ਆ ਕਿ ਸਾਰਾ ਜਿਹੜਾ ਪ੍ਰਚਾਰ ਆ, ਚੋਣ ਪ੍ਰਚਾਰ, ਉਹ ਡਿਜੀਟਲ ਮਾਧਿਅਮ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਉਹ ਕਰ ਸਕਦੇ ਆ। ਇਸ ਚੀਜ਼ ਦਾ ਲਾਹਾ ਲੈਣ ਲਈ ਇਹਨਾਂ ਸਿਆਸੀ ਨੇਤਾਵਾਂ ਦੀ ਕਤਾਰ ਲੱਗ ਗਈ, ਲਾਈਨ ਲੱਗ ਗਈ। ਆਪਾਂ ਜੇ ਨਾ ਲਈਏ, ਉਹ ਨਾ ਲੈਣੇ ਜ਼ਰੂਰੀ ਵੀ ਬਣਦੇ ਆ। ਪਹਿਲਾਂ ਤਾਂ ਆਪਾਂ ਕਾਂਗਰਸ ਦੀ ਗੱਲ ਕਰ ਲੈਂਦੇ ਆ। ਉੱਥੇ ਚਾਹੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਹੋਣ, ਸਾਧੂ ਸਿੰਘ ਧਰਮਸੋਤ ਹੋਣ, ਹਰਮਿੰਦਰ ਸਿੰਘ ਜੱਸੀ ਹੋਣ। ਹਰਮਿੰਦਰ ਸਿੰਘ ਜੱਸੀ ਤਾਂ ਉਹਨਾਂ ਦੇ ਆਪਣੇ ਹੀ ਆ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਉਹ ਵੀ ਪਹੁੰਚੇ ਆ। ਤੇ ਫਿਰ ਜਿਹੜੇ ਹੈ ਮੰਗਤ ਰਾਏ ਬਾਂਸਲ, ਇਹ ਵੀ ਉੱਥੇ ਪਹੁੰਚੇ ਆ। ਜੇ ਆਪਾਂ ਭਾਜਪਾ ਦੀ ਗੱਲ ਕਰ ਲਈਏ, ਸੁਰਜੀਤ ਜਾਇਨੀ ਹੋਣ, ਹਰਜੀਤ ਸਿੰਘ ਗਰੇਵਾਲ ਹੋਣ ਤੇ ਫਿਰ ਮੋਹਨ ਲਾਲ ਗਰਗ ਹੋਣ, ਇਹ ਵੀ ਸਾਰੇ ਉੱਥੇ ਪਹੁੰਚਦੇ ਆ। ਸ਼੍ਰੋਮਣੀ ਅਕਾਲੀ ਦਲ, ਇਹਨਾਂ ਦੇ ਵੀ ਇੱਕ ਨੇਤਾ ਨੇ, ਉਹ ਵੀ ਉੱਥੇ ਪਹੁੰਚਦੇ ਨੇ, ਗੁਲਜ਼ਾਰ ਸਿੰਘ ਮੋਨਕ। ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਵੀ ਉੱਥੇ ਪਹੁੰਚਦੇ ਆ। ਯਾਨੀ ਕਹਿਣ ਦਾ ਮਤਲਬ ਇਹ ਆ ਕਿ ਕੋਈ ਵੀ ਪਾਰਟੀ ਪਿੱਛੇ ਨਹੀਂ ਰਹਿਣਾ ਚਾਹੁੰਦੀ
ਇਹ ਸਿਆਸਤ ਆਪਣੀ ਜਗ੍ਹਾ ਤੇ ਹੈ, ਟਿੱਪਣੀਆਂ ਆਪਣੀ ਜਗ੍ਹਾ ਤੇ ਹੈ, ਇੱਕ ਦੂਸਰੇ ਨੂੰ ਜੋ ਮਰਜ਼ੀ ਤੁਸੀਂ ਦੋਸ਼ ਲਾਓ ਧਰਮ ਦੇ ਨਾਂ ਤੇ, ਜਾਂ ਕਹਿ ਦਿਓ ਕਿ ਕੁਝ ਤਾਕਤਾਂ ਜਿਹੜੀਆਂ ਉਹ ਪੰਥ ਦੇ ਖਿਲਾਫ ਆ, ਲੇਕਿਨ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਇਹ ਜਿਹੜੀਆਂ ਦੂਰੀਆਂ, ਇਹ ਜਿਹੜੀਆਂ ਆਪਸ ਦੇ ਵਿੱਚ ਕਿਸੇ ਤਰ੍ਹਾਂ ਦੇ ਵਿਤਕਰੇ ਆ, ਉਹ ਲੱਗਦਾ ਜਿਵੇਂ ਕਿ ਦੂਰ ਹੋਏ ਹੁੰਦੇ ਆ। ਸੋ ਇਹਨਾਂ ਸਾਰੇ ਚੀਜ਼ਾਂ ਨੂੰ ਦੇਖਦੇ ਹੋਏ ਪਿਛਲੇ ਦਿਨਾਂ 'ਚ ਮੈਂ ਹੋਰ ਵੀ ਗੱਲ ਕਰ ਸਕਦਾ, ਕਦੇ ਆਪਾਂ ਡੇਰਾਵਾਦ ਦੀ ਜਿਹੜੀ ਗੱਲ ਕਰਾਂਗੇ ਉਸ ਤੇ ਵੀ ਕਰਾਂਗੇ। ਕੋਈ ਵੀ ਪਾਰਟੀ ਮੈਨੂੰ ਲੱਗਦਾ ਇਹਨਾਂ ਦੀ ਸਪੋਰਟ ਨੂੰ ਅਣਗੌਲੇ ਨਹੀਂ ਕਰ ਸਕਦੀ, ਇਸ ਤਰ੍ਹਾਂ ਉਹਨਾਂ ਨੂੰ ਲੱਗਦਾ ਕਿ ਜਿਹੜੇ ਲੋਕ ਆਉਂਦੇ ਨੇ ਜਾਂ ਲੋਕਾਂ ਦਾ ਇਕੱਠ ਹੁੰਦਾ, ਉਹਨਾਂ ਨੂੰ ਜਾ ਕੇ ਸੰਬੋਧਿਤ ਕੀਤਾ ਜਾ ਸਕਦਾ, ਉਹਨਾਂ ਨਾਲ ਇੱਕ ਰਾਬਤਾ ਕਾਇਮ ਕੀਤਾ ਜਾ ਸਕਦਾ, ਤੇ ਉੱਥੇ ਬਣਿਆ ਬਣਾਇਆ ਇਕੱਠ ਉਹਨਾਂ ਨੂੰ ਮਿਲ ਜਾਂਦਾ। ਹਾਲਾਂਕਿ ਉੱਥੇ ਕਿੰਨਾ ਕੁ COVID-19 ਵਾਇਰਸ ਦੀਆਂ ਉਹਨਾਂ ਸਾਰੇ ਨਿਯਮਾਂ ਦਾ ਪਾਲਣ ਹੋਇਆ ਉਹ ਵੱਖਰੀ ਗੱਲ ਆ, ਲੇਕਿਨ ਇੱਥੇ ਸਾਰੇ ਲੋਕ ਗਏ ਤੇ ਇਹ ਬਿਲਕੁਲ ਚਰਚਾ ਦਾ ਵਿਸ਼ਾ। ਔਰ ਕਿਹਾ ਇਹ ਜਾਂਦਾ ਕਿ ਮਾਲਵਾ ਦੇ ਵਿੱਚ ਇਹਨਾਂ ਡੇਰੇ ਦਾ ਔਰ ਖਾਸ ਕਰਕੇ ਸਲਾਬਤਪੁਰ ਦਾ ਕਹਿੰਦੇ ਕਈ ਸੀਟਾਂ ਤੇ ਕਾਫੀ ਪ੍ਰਭਾਵ ਮੰਨਿਆ ਜਾਂਦਾ। ਸੋ ਇਸੇ ਕਰਕੇ ਪੰਜਾਬ ਦੇ ਵਿੱਚ ਚਰਚਾਵਾਂ ਕੁਝ ਵੀ ਹੋਣ, ਬਾਹਰ ਦੇ ਮੁਲਕਾਂ ਦੇ ਵਿੱਚ ਚਰਚਾਵਾਂ ਕੁਝ ਵੀ ਹੋਣ, ਸਾਡੇ ਮੇਰੇ ਤੁਹਾਡੇ ਵਰਗਿਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਚਰਚਾਵਾਂ ਕੁਝ ਵੀ ਹੋਣ, ਲੇਕਿਨ ਇਹਨਾਂ ਨੇਤਾਵਾਂ ਨੂੰ ਧਰਾਤਲ ਦੀ ਜਾਂ ਜਿਹੜੀ ਯਥਾਰਥ ਆ ਜਿਹੜੀ ਰਾਜਨੀਤੀ ਉਹ ਪਤਾ, ਉਹਨਾਂ ਨੂੰ ਪਤਾ ਕਿ ਗਰਾਊਂਡ ਤੇ ਕੀ ਹੋਣ ਵਾਲਾ। ਇਸ ਕਰਕੇ ਉਹ ਚਾਹੁੰਦੇ ਨਹੀਂ ਕਿ ਇਸ ਸਪੋਰਟ ਤੋਂ ਕਿਸੇ ਤਰ੍ਹਾਂ ਦੇ ਵੀ ਉਹ ਖੁੰਝਣ ਜਾਂ ਕਿਸੇ ਤਰ੍ਹਾਂ ਉਹ ਇਸ ਸਪੋਰਟ ਤੋਂ ਉਹ ਦੂਰ ਹੋਣ। ਜੀ ਰੰਧਾਵਾ ਜੀ, ਨਿੱਜੀ ਤੌਰ ਤੇ ਮੈਂ ਇਹਨਾਂ ਗੱਲਾਂ 'ਚ ਜੇ ਨਾ ਜਾਵਾਂ ਤਾਂ ਜਿਹੜੀਆਂ ਖਬਰਾਂ ਤੇ ਜਿਹੜੀਆਂ ਘਟਨਾਵਾਂ ਨੇ ਉਹਦੇ ਵਿੱਚ ਕਦੇ ਡੇਰੇ ਦੇ ਜਿਹੜੇ ਮੁਖੀ ਨੇ ਉਹਨਾਂ ਵੱਲੋਂ ਆਪਣੀ ਪੁਸ਼ਾਕ ਜਿਹੜੀ ਆ ਉਹਦਾ ਜਿਹੜਾ ਜਿਸ ਤਰ੍ਹਾਂ ਦਾ ਇਸਤੇਮਾਲ ਹੋਇਆ ਉਹਦੇ ਉੱਤੇ ਪਰਚਾ ਵੀ ਹੋਇਆ, ਉਹਦੇ ਉੱਤੇ ਬਹੁਤ ਸਾਰੀ ਸਿਆਸਤ ਵੀ ਹੋਈ, ਉਹਨੂੰ ਗਲਤ ਅੱਜ ਤੱਕ ਵੀ ਮੰਨਿਆ ਜਾਂਦਾ ਕਿ ਦੂਜੇ ਧਰਮ ਦੇ ਉੱਤੇ, ਦੂਜੇ ਧਰਮ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਦੇ ਉੱਤੇ ਹਮਲਾ ਸੀ। ਇਸੇ ਹੀ ਨਜ਼ਰੀਏ ਤੋਂ ਅਕਾਲ ਤਖਤ ਸਾਹਿਬ ਤੋਂ ਫੈਸਲੇ ਆਉਂਦੇ ਰਹੇ, ਇਸੇ ਹੀ ਨਜ਼ਰੀਏ ਤੋਂ ਜਿਹੜੇ ਲੋਕ ਮੁੜ ਕੇ ਮੇਲ ਜੋਲ ਰੱਖਦੇ ਰਹੇ ਉਹ ਕਟਹਿਰੇ 'ਚ ਤੇ ਕਤਾਰ 'ਚ ਖੜੇ ਕੀਤੇ ਜਾਂਦੇ ਰਹੇ। ਫਿਰ ਉਹੀ ਲੋਕ ਮਾਫੀਆਂ ਮੰਗ ਕੇ ਦੁਬਾਰਾ ਜੇ ਗਲਤੀਆਂ ਕਰਦੇ ਆ ਜਾਂ ਚੀਜ਼ਾਂ ਕਰਦੇ ਆ, ਇਹਨੂੰ ਕਿਸ ਨਜ਼ਰੀਏ ਤੋਂ ਅਗਲੇ ਦਿਨਾਂ 'ਚ ਵੇਖਿਆ ਜਾਣਾ, ਅਸੀਂ ਉਸ ਨਜ਼ਰ ਤੋਂ ਗੱਲ ਕਰ ਰਹੇ ਹਾਂ ਔਰ ਉਸ ਨਜ਼ਰ ਤੋਂ ਗੱਲ ਹੁੰਦੀ ਰਹਿਣੀ ਆ। ਸਾਡੀ ਗੱਲ ਛੋਟੀ ਹੋਵੇ ਵੱਡੀ ਹੋਵੇ ਅਰਥ ਨਹੀਂ ਰੱਖਦੀ, ਪਰ ਸਿਆਸਤਦਾਨ ਵੋਟ ਲੈਣ ਲਈ ਕਿਸ ਹੱਦ ਤੱਕ ਜਾਂਦੇ ਨੇ, ਬਾਅਦ ਦੇ ਵਿੱਚ ਉਹਦੇ ਲਈ ਮਾਫੀਆਂ ਮੰਗ ਲੈਣ ਜਾਂ ਬਾਕੀ ਚੀਜ਼ਾਂ ਸੈਕੰਡਰੀ ਨੇ। ਹਾਂ, ਇਹਦੇ ਵਿੱਚ ਬਤੌਰ ਸਿੱਖ ਡੇਰੇ ਵਿੱਚ ਜਾਂ ਡੇਰੇ ਕਿਸੇ ਵੀ ਡੇਰੇ ਦੀ ਸ਼ਾਖਾ ਦੇ ਵਿੱਚ ਜਾਣ ਤੇ ਅਕਾਲ ਤਖਤ ਸਾਹਿਬ ਵੱਲੋਂ ਹੁਣ ਲਾਈ ਪਾਬੰਦੀ ਹਟ ਗਈ ਆ ਜਾਂ ਨਹੀਂ ਹਟ ਗਈ ਮੈਨੂੰ ਨਹੀਂ ਪਤਾ, ਇਹ ਲੋਕ ਕਲੀਅਰ ਕਰਨਗੇ। ਪਰ ਕਹਿੰਦੇ ਆ ਕਿ ਇੱਕ ਹੁਕਮਨਾਮਾ ਸੀ ਜਿਹਦੇ ਵਿੱਚ ਡੇਰੇ ਨਾਲ ਮੇਲ ਜੋਲ ਨਾ ਰੱਖਣ ਦੀ ਗੱਲ ਹੋਈ ਸੀ। ਇਹਦੇ ਉੱਤੇ ਵੀ ਇੱਕ ਵੱਡੀ ਬਹਿਸ ਅੱਗੇ ਚੱਲੂਗੀ ਔਰ ਮੈਨੂੰ ਲੱਗਦਾ ਅੱਜ ਦਿਨ ਤੋਂ ਪਾਰਟੀਆਂ ਜਾਂ ਇਸ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ, ਵੈਸੇ ਤਾਂ ਚੋਪੀ ਧਾਰ ਜਾਂਦੀਆਂ ਹੁੰਦੀਆਂ ਸੰਸਥਾਵਾਂ ਵੀ ਤੇ ਅੱਜ ਕੱਲ ਸਾਰੀਆਂ ਇੱਕ ਦੂਜੇ ਨਾਲ ਜੁੜੀਆਂ। ਚੋਣਾਂ ਦਾ ਮੌਸਮ ਹੈ, ਕਹਿੰਦੇ ਹੁੰਦੇ ਲੰਘ ਲੈਣ ਦਿਓ ਫਿਰ ਡਾਂਗ ਕੱਢਾਂਗੇ ਇੱਕ ਦੂਜੇ ਦੇ ਖਿਲਾਫ। ਹੁਣ ਮੈਂ ਜਿਸ ਗੱਲ ਤੇ ਆਉਣਾ ਹੈ ਕਿ ਆਮ ਆਦਮੀ ਪਾਰਟੀ ਔਰ ਸੰਯੁਕਤ ਸਮਾਜ ਮੋਰਚੇ 'ਚ ਰਫੜ ਤਗੜਾ ਹੈ। ਰਾਜੇਵਾਲ ਸਾਹਿਬ ਨੇ ਕੱਲ ਫੇਰ ਬੜੇ ਦੋਸ਼ ਲਾਏ ਆ। ਕੱਲ ਗੁਰਨਾਮ ਸਿੰਘ ਚਡੂਣੀ ਆ ਗਏ ਸਿੱਧੇ ਹੀ ਉਹਨਾਂ ਕੋਲ, ਇੱਕ ਕਮੇਟੀ ਬਣ ਗਈ ਉਹਨਾਂ ਨਾਲ ਤਾਲਮੇਲ ਤੇ ਸੀਟਾਂ ਦੀ ਵੰਡ ਨੂੰ ਲੈ ਕੇ। ਇੱਕ ਲੋਕ ਅਧਿਕਾਰ ਲਹਿਰ ਵੀ ਕਹਿੰਦੇ ਉਹਨਾਂ ਦੇ ਨਾਲ ਖੜੀ ਹੋਈ ਆ, ਉਹਦੇ ਵੀ ਕਾਫੀ ਉਹਨਾਂ ਨੇ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਕੰਮ ਕੀਤਾ, ਉਹਨਾਂ ਨੇ ਕਾਫੀ ਜ਼ਿਆਦਾ, ਉਹਨਾਂ ਦੇ ਬਲਵਿੰਦਰ ਸਿੰਘ ਨੇ ਉਹਨਾਂ ਨੇ ਬਹੁਤ ਦੌੜ ਲਾਈ ਹੈ। ਬੱਬੂ ਮਾਨ ਦਾ ਸੰਯੁਕਤ ਸਮਾਜ ਮੋਰਚਾ, ਉਹ ਵੀ ਮਾਫ ਕਰਨਾ ਬੱਬੂ ਮਾਨ ਦਾ ਜੂਝਦਾ ਪੰਜਾਬ ਸੰਯੁਕਤ ਸਮਾਜ ਮੋਰਚੇ ਨਾਲ ਖੜਾ ਹੋ ਗਿਆ। ਸੋ ਉਹਨਾਂ ਨੇ ਕਈ ਕਮੇਟੀਆਂ ਬਣਾਈਆਂ ਨੇ, ਚੋਣ ਮੈਨੀਫੈਸਟੋ ਕਮੇਟੀ ਵੀ ਬਣਾਈ ਆ, ਸਕਰੀਨਿੰਗ ਕਮੇਟੀ ਜਿਹਨੂੰ 48 ਕਮੇਟੀ ਕਹਿੰਦੇ ਉਹ ਵੀ ਬਣਾਈ ਆ। ਇਹ ਸਾਰੇ ਦੇ ਨਜ਼ਰੀਏ ਤੋਂ ਇੱਕ ਵਾਰੀ ਫਿਰ ਰਾਜੇਵਾਲ ਸਾਹਿਬ ਨੇ ਆਮ ਆਦਮੀ ਪਾਰਟੀ ਤੇ ਹਮਲਾ ਬੋਲਿਆ। ਇਹ ਗੱਲ ਤਾਂ ਤੁਸੀਂ ਕਰੋਗੇ ਹੀ, ਨਾਲ ਉਹ ਵੀਡੀਓ ਜਾਂ ਆਡੀਓ ਜਿਹੜੀ ਤੁਸੀਂ ਸੁਣੀ ਆ ਵਾਇਰਲ ਹੋਈ ਆ ਦੋ ਆਗੂਆਂ 'ਚ, ਆਮ ਆਦਮੀ ਪਾਰਟੀ ਦੇ ਕੁਲਤਾਰ ਸੰਧਵਾਂ ਤੇ ਦੂਜੇ ਸੰਯੁਕਤ ਸਮਾਜ ਮੋਰਚੇ ਦੇ ਆਗੂ ਆ, ਉਹ ਵੀ ਮੈਨੂੰ ਟਿੱਪਣੀ ਦਿਓ ਵੀ ਦਿਲਚਸਪ ਆ। ਤੇ ਨਾਲ ਹੀ ਸੰਯੁਕਤ ਸਮਾਜ ਮੋਰਚੇ ਦੀ ਜਿਹੜੀ ਐਗਰੈਸ਼ਨ ਆ, ਹਮਲਾਵਰ ਨੀਤੀ ਆ, ਤੇ ਆਉਂਦੇ ਦਿਨਾਂ 'ਚ ਉਹਨਾਂ ਦਾ ਛਾ ਜਾਣ ਦਾ ਜਿਹੜਾ ਨਜ਼ਰੀਆ ਹੈ ਜਾਂ ਉਹਨਾਂ ਦਾ ਮਨ ਆ, ਉਹਦੇ ਬਾਰੇ ਟਿੱਪਣੀ ਦਿਓ। ਰੰਧਾਵਾ ਜੀ, ਤੁਸੀਂ ਦੇਖੋ ਜਦੋਂ ਤੋਂ ਬਲਬੀਰ ਸਿੰਘ ਰਾਜੇਵਾਲ ਖੁੱਲ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਆਏ ਆ ਜੀ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋ ਗਈਆਂ। ਕੱਲ ਫੇਰ ਉਹਨਾਂ ਨੇ ਕਿਹਾ ਕਿ ਜਿਹੜਾ ਦਿੱਲੀ ਮਾਡਲ ਇਹਨਾਂ ਨੇ ਬਣਾਇਆ, ਉਹ ਕਹਿੰਦੇ ਅਸੀਂ 1 ਸਾਲ ਤੋਂ ਵੱਧ ਦਿੱਲੀ ਰਹੇ ਆ ਤੇ ਸਾਨੂੰ ਉੱਥੋਂ ਦੀ ਗਲੀ ਗਲੀ ਦਾ ਪਤਾ ਲੱਗ ਗਿਆ, ਤੇ ਹੁਣ ਅਸੀਂ ਦੱਸਾਂਗੇ ਕਿ ਦਿੱਲੀ ਮਾਡਲ ਕੀ ਆ। ਜਿਸ ਗੱਲਬਾਤ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਉਹ ਹੈ ਮਨਜੀਤ ਸਿੰਘ ਰਾਏ, ਜਿਹੜੇ ਕਿਸਾਨਾਂ ਦੇ ਆਗੂ ਆ
ਤੇ ਉਹਨਾਂ ਦੀ ਗੱਲ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿਹੜੇ ਕੁਲਤਾਰ ਸਿੰਘ ਸੰਧਵਾ ਨਾਲ ਹੋ ਰਹੀ ਸੀ ਇੱਕ ਟੀਵੀ ਡਿਬੇਟ ਦੇ ਵਿੱਚ। ਜੀ ਤੇ ਉਹ ਕਹਿੰਦੇ ਜੀ, ਜਦੋਂ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਂ ਹਮੇਸ਼ਾ ਕਿਸਾਨਾਂ ਦੇ ਨਾਲ ਹੀ ਖੜੇ ਰਹੇ ਆ, ਕਹਿੰਦੇ ਬਿਲਕੁਲ ਨਹੀਂ। ਮਨਜੀਤ ਸਿੰਘ ਰਾਏ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਇੱਕ ਮੰਡੀ ਆ ਉੱਥੇ ਨਰੇਲਾ, ਨਰੇਲਾ ਮੰਡੀ ਦੇ ਵਿੱਚ ਕਣਕ ਆਮ ਤੌਰ ਤੇ ਕਹਿੰਦੇ ਸਾਡੇ ਕੋਲ ਪਰਚੀਆਂ ਪਈਆਂ, ਉਹ ਐਮਐਸਪੀ ਤੋਂ ਅੱਧੇ ਮੁੱਲ ਤੇ ਵੀ ਨਹੀਂ ਸੀ ਵਿਕਦੀ। ਇੱਕ ਤਾਂ ਗੱਲ ਉਹਨਾਂ ਨੇ ਕਹੀ ਆ, ਤੇ ਕਹਿੰਦੇ ਜਦੋਂ ਕਹੋਗੇ ਅਸੀਂ ਦਿਖਾ ਦਾਂਗੇ। ਸੋ ਤੁਹਾਡੇ ਜਿਹੜੇ ਦਾਅਵੇ ਆ, ਉਹਨਾਂ ਨੇ ਕੁਲਤਾਰ ਸਿੰਘ ਸੰਧਵਾ ਨੂੰ ਕਿਹਾ, ਬਿਲਕੁਲ ਖੋਖਲੇ ਆ। ਦੂਸਰੀ ਗੱਲ ਕੁਲਤਾਰ ਸਿੰਘ ਸੰਧਵਾ ਨੇ ਉਸ ਚ ਗਈ, ਬੜੀ ਇੰਟਰਸਟਿੰਗ ਆ ਰੰਧਾਵਾ ਜੀ। ਉਹ ਕਹਿੰਦੇ ਕਿ ਅਸੀਂ ਅਪੀਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਨੂੰ ਕਿ ਜੇ ਉਹ ਚੋਣਾਂ ਲੜਨਗੇ, ਉਸ ਨਾਲ ਕਈ ਇਸ ਤਰ੍ਹਾਂ ਦੇ ਧਿਰਾਂ ਨੂੰ ਫਾਇਦਾ ਹੋਏਗਾ। ਉਹਨਾਂ ਦਾ ਮਤਲਬ ਕਹਿਣ ਦਾ ਇਹ ਸੀ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਇਸ ਦਾ ਫਾਇਦਾ ਚੁੱਕ ਜਾਣਗੀਆਂ। ਤੇ ਫਿਰ ਮਨਜੀਤ ਸਿੰਘ ਰਾਏ ਕਹਿੰਦੇ ਆ ਕਿ ਸੰਧਵਾ ਸਾਹਿਬ ਤੁਸੀਂ ਬੜੇ ਸਿਆਣੇ ਹੋ, ਤੁਸੀਂ ਇੱਕ ਗੱਲ ਦੱਸੋ, ਜੇ ਤੁਹਾਨੂੰ ਇੰਨਾ ਫਿਕਰ ਆ ਤੇ ਫਿਰ ਆਮ ਆਦਮੀ ਪਾਰਟੀ ਹੀ ਚੋਣਾਂ ਚੋਂ ਕਿਉਂ ਨਹੀਂ ਹਟ ਜਾਂਦੀ? ਤੁਸੀਂ ਬਹਿ ਜਾਓ, ਤੁਸੀਂ ਥੋੜਾ ਜਿਹਾ ਸਮਝਦਾਰੀ ਨਾਲ ਕੰਮ ਕਰ ਲਓ। ਘੱਟੋ ਘੱਟ ਆਪਣੇ ਜਿਹੜੇ ਤੁਹਾਡੇ ਲੀਡਰ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੂੰ ਕਹਿ ਲਓ ਕਿ ਇਸ ਵਾਰੀ ਕਿਸਾਨਾਂ ਦੇ ਹੱਕ ਦੇ ਵਿੱਚ ਜਾਂ ਪੰਜਾਬ ਦੇ ਭਲੇ ਲਈ ਅਸੀਂ ਚੋਣਾਂ ਚੋਂ ਵਿਡਰਾਅ ਕਰਦੇ ਹਾਂ, ਅਸੀਂ ਚੋਣਾਂ ਨਹੀਂ ਲੜਦੇ। ਤੇ ਇਹ ਤੁਹਾਨੂੰ ਮਨਜ਼ੂਰ ਨਹੀਂ, ਸਾਨੂੰ ਤੁਸੀਂ ਹਰ ਚੀਜ਼, ਉਹ ਕਹਿੰਦੇ ਕਿਸਾਨ ਕਿਉਂ ਕੁਰਬਾਨੀ ਦੇਣ? ਹਰ ਵਾਰੀ ਕਿਸਾਨ ਹੀ ਕੁਰਬਾਨੀ ਦੇਊਗਾ, ਇਸ ਵਾਰੀ ਵੀ ਤੁਸੀਂ ਸਾਨੂੰ ਚਾਹੁੰਦੇ ਹੋ ਕੁਰਬਾਨੀ ਦਿਓ। ਤੇ ਫਿਰ ਕੁਲਤਾਰ ਸਿੰਘ ਸੰਧਵਾ ਕੋਲੇ ਕੋਈ ਬਹੁਤ ਜ਼ਿਆਦਾ ਪੁਖਤਾ ਜਵਾਬ ਨਹੀਂ ਸੀ। ਉਹ ਕਹਿੰਦੇ ਜੀ ਸਾਡੀ ਪਾਰਟੀ ਆ, ਅਸੀਂ ਬਹੁਤ ਦੇਰ ਤੋਂ ਤਿਆਰੀਆਂ ਕਰ ਰਹੇ ਹਾਂ, ਸਾਨੂੰ ਚੋਣਾਂ ਲੜਨ ਦਾ ਪਤਾ। ਤੇ ਸ਼ਾਇਦ ਇਸ ਚੀਜ਼ ਦਾ ਪਤਾ ਤੁਹਾਨੂੰ ਨਾ ਹੋਵੇ ਕਿਉਂਕਿ ਤੁਸੀਂ ਨਵੇਂ ਆ। ਤੇ ਫਿਰ ਮਨਜੀਤ ਸਿੰਘ ਰਾਏ ਕਹਿੰਦੇ ਕਿ ਸਾਨੂੰ ਤੁਸੀਂ ਨਵੇਂ ਨਾ ਸਮਝੋ, ਸਾਨੂੰ ਸਾਰਾ ਕੁਝ ਆਉਂਦਾ। ਜਦੋਂ ਲੋਕਾਂ ਦਾ ਹੜ੍ਹ ਆਉਂਦਾ ਜਾਂ ਕਿਸੇ ਦਾ ਸਮਰਥਨ ਮਿਲਦਾ, ਤੇ ਉਹ ਫਿਰ ਇਹ ਨਹੀਂ ਦੇਖਦੇ ਕਿ ਕਿੰਨੀ ਕੁ ਆਰਗੇਨਾਈਜ਼ ਜਾਂ ਸੰਗਠਨ ਕਿੰਨਾ ਕੁ ਮਜ਼ਬੂਤ ਆ। ਇਹ ਤਾਂ ਗੱਲ ਬਿਲਕੁਲ ਉਹਨਾਂ ਦੀ ਹੋਈ। ਤੇ ਇੱਥੋਂ ਪਤਾ ਲੱਗਦਾ ਕਿ ਆਪਸ ਦੇ ਵਿੱਚ ਤਲਖੀ ਕਿੰਨੀ ਵੱਧ ਗਈ ਹੈ। ਅੱਛਾ, ਮੈਂ ਇਹਦੇ ਚ ਇੱਕ ਚੀਜ਼ ਸ਼ਾਮਲ ਕਰਦਾ। ਇਹ ਗੱਲ ਚ ਕੁਝ ਥੋੜਾ ਵਜਨ ਵੀ ਲੱਗਦਾ, ਕਿਉਂਕਿ ਆਮ ਆਦਮੀ ਪਾਰਟੀ ਚ 2014 ਚ ਕੋਈ ਸੰਗਠਨ ਨਹੀਂ ਸੀ, ਲੇਕਿਨ ਪੰਜਾਬ ਚ ਹੁੰਜਾ ਫੇਰ ਲਿਆ ਸੀ। 4 ਐਮਪੀ ਬਣਾਗੇ, 50 ਦੇ ਕਰੀਬ ਉਹਨਾਂ ਨੇ ਵਿਧਾਨ ਸਭਾ ਦੀ ਕਨਸਟੀਟੂਐਂਸੀ ਦੇ ਵਿੱਚ ਲੀਡ ਲੈ ਲਈ ਸੀਗੀ। ਤੁਹਾਨੂੰ ਯਾਦ ਹੋਣਾ। ਹੁਣ ਗੱਲ ਕਰੋ ਤੁਸੀਂ ਅੱਗੇ ਜੀ। ਬਿਲਕੁਲ, ਮੈਂ ਇਸੇ ਗੱਲ ਤੇ ਆਉਣਾ। ਤੁਸੀਂ ਬਹੁਤ ਵਧੀਆ ਗੱਲ ਛੇੜੀ ਹੈ ਤੇ ਮੈਨੂੰ ਲੱਗਦਾ ਕਿ ਛੋਟੇ ਜਿਹੇ ਅੰਕੜੇ ਨਾਲ ਇਹਦਾ ਮੈਂ ਜ਼ਰੂਰ ਤੁਹਾਡਾ ਹੀ ਇਹਨੂੰ ਸਮਰਥਨ ਕਰੂੰਗਾ, ਇਹਨੂੰ ਸਪੋਰਟ ਕਰੂੰਗਾ। ਸੰਨ 2014 ਦੇ ਵਿੱਚ 4 ਸੀਟਾਂ ਜਦੋਂ ਜਿੱਤੇ ਆ ਆਮ ਆਦਮੀ ਪਾਰਟੀ, ਸਾਰਿਆਂ ਨੂੰ ਹੈਰਾਨ ਕਰਕੇ 25% ਵੋਟਾਂ ਲੈ ਕੇ ਜਾਂਦੀ ਹੈ। ਤੇ ਉਸ ਤੋਂ ਬਾਅਦ ਸੰਨ 2017 ਦੀਆਂ ਜਦੋਂ ਚੋਣਾਂ ਹੁੰਦੀਆਂ, ਉਸ ਚ ਇਹਨਾਂ ਦਾ ਵੋਟ ਸ਼ੇਅਰ ਘਟ ਜਾਂਦਾ, 23.7% ਰਹਿ ਜਾਂਦਾ। ਤੇ ਅੱਗੇ ਆ ਜਾਓ, ਸੰਨ 2019 ਦੀਆਂ ਲੋਕ ਸਭਾ ਦੀਆਂ ਚੋਣਾਂ, ਤੁਸੀਂ ਜਾਣ ਕੇ ਹੈਰਾਨ ਹੋਵੋਗੇ ਰੰਧਾਵਾ ਜੀ ਕਿ ਉਸ ਵੇਲੇ ਇਕੱਲੇ ਭਗਵੰਤ ਮਾਨ ਜਿੱਤਦੇ ਆ ਤੇ ਬਾਕੀ ਸਾਰੇ ਇਹਨਾਂ ਆਮ ਆਦਮੀ ਪਾਰਟੀ ਦੇ ਜਿੰਨੇ ਕੈਂਡੀਡੇਟਸ ਆ, ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ। 8 ਕੈਂਡੀਡੇਟਸ ਉਹ ਸੀ ਜਿਨ੍ਹਾਂ ਨੂੰ 5% ਤੋਂ ਵੀ ਵੱਧ ਜਿਹੜੀਆਂ ਟੋਟਲ ਵੋਟਾਂ ਪਈਆਂ, ਉਹਨਾਂ ਤੋਂ ਵੱਧ ਵੋਟਾਂ ਨਹੀਂ ਸੀ ਮਿਲੀਆਂ। ਇਹ ਹਾਲ ਸੀ। ਅੱਗੇ ਆ ਜਾਓ, ਪਿਛਲੇ ਸਾਲ ਸੰਨ 2021 ਚ 14 ਫਰਵਰੀ ਨੂੰ ਹੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਪਈਆਂ ਸੀ। ਉਦੋਂ ਵੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕੋਈ ਵਧੀਆ ਨਹੀਂ ਰਹੀ ਸੀ। ਜੇ ਲਗਾਤਾਰ ਤੁਸੀਂ 2014 ਦੀ ਗੱਲ ਕਰੋ ਤੇ ਲਗਾਤਾਰ ਉਹਨਾਂ ਦਾ ਵੋਟ ਸ਼ੇਅਰ ਦੇ ਵਿੱਚ ਬਹੁਤ ਗਿਰਾਵਟ ਆਉਂਦੀ ਜਾ ਰਹੀ ਹੈ। ਸੋ ਸਿਰਫ ਇਹ ਕਹਿ ਦੇਣਾ ਕਿ ਹਵਾ ਬਣੀ ਹੋਈ ਆ, ਕਿਉਂਕਿ ਸਾਨੂੰ ਜਿਹੜੇ ਅੰਕੜੇ ਆ ਉਹ ਸਾਡੇ ਸਾਹਮਣੇ ਬਹੁਤ ਮਜ਼ਬੂਤੀ ਨਾਲ ਦਿਸਦੇ ਆ। ਅੱਛਾ, ਇੱਕ ਗੱਲ ਮੈਂ ਹੁਣ ਕਰਨਾ ਕਿਉਂਕਿ ਉਹ ਗੱਲ ਪਿੱਛੇ ਰਹਿ ਗਈ ਸੀ। ਸੰਯੁਕਤ ਜਿਹੜਾ ਸਮਾਜ ਮੋਰਚਾ ਤੇ ਹੁਣ ਸੰਯੁਕਤ ਸੰਘਰਸ਼ ਪਾਰਟੀ ਜਿਹੜੀ ਕਿ ਗੁਰਨਾਮ ਸਿੰਘ ਚੰਦੂਨੀ ਦੀ ਹੈ, ਇਹ ਹੁਣ ਰਲ ਗਈਆਂ। ਜਿਸ ਤਰ੍ਹਾਂ ਤੁਸੀਂ ਜ਼ਿਕਰ ਦੱਸ ਹੀ ਦਿੱਤਾ, ਤੁਸੀਂ ਜ਼ਿਕਰ ਕਰਤਾ ਕਿ ਕਿਸ ਤਰ੍ਹਾਂ ਇਹਨਾਂ ਦੀ ਸਕਰੀਨਿੰਗ ਕਮੇਟੀ ਬਣ ਗਈ ਹੈ। ਹਰਮੀਤ ਸਿੰਘ ਕਾਦੀਆਂ ਉਹਦੇ ਇੰਚਾਰਜ ਆ ਤੇ ਬਹੁਤ ਛੇਤੀ ਉਹ ਮੀਟਿੰਗ ਕਰਕੇ ਕੈਂਡੀਡੇਟਸ ਦਾ ਐਲਾਨ ਕਰ ਦੇਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਪਣੀ ਕੈਂਪੇਨ ਵੀ ਵਿੱਢਣ ਜਿਹੜੀ ਆ ਉਹ ਸ਼ੁਰੂ ਕਰ ਦੇਣਗੇ, ਚਲਾ ਲੈਣ। ਜੀ ਜੀ। ਵੈਸੇ ਮਨਪ੍ਰੀਤ ਜੀ, ਤੁਸੀਂ ਥੋੜਾ ਜਿਹਾ ਜਦੋਂ ਅੱਗੇ ਆਏ, ਮੈਂ 2 ਕਦਮ ਪਿਛਾਂਹ ਮੁੜ ਕੇ ਫਿਰ ਗੱਲ ਕਰਨੀ ਚਾਹੂੰਗਾ। ਜਦੋਂ 2014 ਦੇ ਵਿੱਚ ਨਤੀਜਾ ਬਹੁਤ ਬਦਲਾਅ ਵਾਲਾ ਆਉਂਦਾ ਹੈ ਤਾਂ ਲੋਕਾਂ ਦੇ ਅੰਦਰ ਇੱਕ ਆਸ ਦੀ ਕਿਰਨ ਜਗਦੀ ਹੈ ਕਿ ਚਲੋ ਕੁਝ ਤਾਂ ਰਵਾਇਤੀ ਪਾਰਟੀਆਂ ਤੋਂ ਵੱਖਰਾ ਹੋਇਆ। ਉਦੋਂ ਜਿਹੜੇ ਲੋਕ ਨਾਲ ਚੱਲੇ ਸੀ, ਹੌਲੀ ਹੌਲੀ ਉਹ ਘਿਰਦੇ ਗਏ। ਚਲੋ ਮੰਨ ਲਿਆ ਕਿ ਮਤਭੇਦ ਸੀ, ਉੱਪਰ ਕੇਜਰੀਵਾਲ ਦੇ ਟਕਰਾ ਆ ਗਏ, ਕਿਰਨ ਬੇਦੀ ਨਾਲ ਆ ਗਏ, ਜੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਸਾਰੇ ਟੁੱਟ ਭੱਜ ਬੜੀ ਹੋਈ। ਲੇਕਿਨ ਉਸ ਤੋਂ ਬਾਅਦ ਜਦੋਂ 2017 ਦੇ ਵਿੱਚ 20 ਜਿਤਾ ਕੇ ਲਿਆਏ ਸੀ, ਉਹ 17 ਤੋਂ ਹੁਣ ਤੱਕ ਆਉਂਦਿਆਂ ਉਹਨਾਂ ਚੋਂ ਕਿੰਨੇ ਟੁੱਟੇ, ਕਿੰਨੇ ਲੋਕ ਛੱਡ ਕੇ ਚਲੇ ਗਏ ਜਾਂ ਕੱਢ ਤੇ ਗਏ ਜਾਂ ਬੇਇੱਜ਼ਤ ਹੋਏ। ਪੰਜਾਬ ਦੀ ਧਰਾਤਲ ਦੇ ਉੱਤੇ ਬਾਕੀ ਪਾਰਟੀਆਂ ਦੀ ਲੀਡਰਸ਼ਿਪ ਦੇ ਮਾਮਲੇ 'ਚ ਇੰਜ ਨਹੀਂ ਵਾਪਰਿਆ। ਤੁਸੀਂ ਕਹੋਗੇ ਤਾਂ ਐਕਸਪੈਰੀਮੈਂਟਲ ਆ ਸਾਰਾ। ਆਮ ਆਦਮੀ ਪਾਰਟੀ ਕਹੋਗੀ ਕਿ ਅਸੀਂ ਦੂਜਿਆਂ ਵਰਗੇ ਨਹੀਂ ਤਾਂ ਇੰਜ ਹੋ ਰਿਹਾ,
ਲੇਕਿਨ ਜਿਹੜੇ ਲੋਕ ਆਏ ਸੀਗੇ ਉਹਨਾਂ ਚੋਂ ਬਹੁ ਗਿਣਤੀ ਵੀ ਤਾਂ ਉਹੀ ਸੀਗੇ ਜਿਹੜੇ ਆਪਣੇ ਆਪ ਨੂੰ ਇਨਕਲਾਬੀ ਵਿਚਾਰਧਾਰਾ ਦੇ ਵਾਹਕ ਮੰਨਦੇ ਸੀ। ਜੇ ਹੌਲੀ ਹੌਲੀ ਤੁਹਾਡੇ ਨਾਲੋਂ ਟੁੱਟਣ ਵਾਲੇ ਅਜੇ ਵੀ ਪ੍ਰਸੰਗਕ ਨੇ, ਵੱਖ-ਵੱਖ ਥਾਵਾਂ ਤੇ ਵੱਡੇ ਲੀਡਰ ਬਣ ਕੇ ਵਿਚਰਦੇ ਨੇ, ਭਾਵੇਂ ਉਹ ਚੁਣਾਵੀ ਰਾਜਨੀਤੀ ਵਿੱਚ ਹੁਣ ਉਨੀ ਪਛਾਣ ਨਹੀਂ ਰੱਖਦੇ, ਲੇਕਿਨ ਜੇਕਰ ਤੁਸੀਂ ਉਹ ਸੰਗਠਨ ਨੂੰ ਅੱਗੇ ਨਹੀਂ ਵਧਾ ਸਕੇ, ਤੁਸੀਂ ਆਪਣੇ ਲੀਡਰਸ਼ਿਪ ਨੂੰ ਸਨਮਾਨ ਨਹੀਂ ਦੇ ਸਕੇ, ਕਿਸੇ ਖਿੱਤੇ ਦੇ ਲੋਕਾਂ ਦੀ ਸਥਾਨਕ ਲੀਡਰਸ਼ਿਪ ਪੈਦਾ ਨਹੀਂ ਕਰ ਸਕੇ, ਸਵਾਲ ਤਾਂ ਉੱਠਣਗੇ। ਸਵਾਲ ਤੁਹਾਡੀ ਤਬਦੀਲੀ ਦੇ ਜਿਹੜੇ ਤਰੀਕੇ ਨੇ, ਜਿਹੜੇ ਤੁਹਾਡੇ ਤਬਦੀਲੀ ਲਈ ਮਾਪਦੰਡ ਨੇ, ਉਹਨਾਂ ਤੇ ਵੀ ਉੱਠਣਗੇ। ਤੁਹਾਡਾ ਸਵਰਾਜ ਇੱਕ ਕਿਤਾਬਚਾ ਹੁੰਦਾ ਸੀ, ਉਹ ਕਿੱਥੇ ਚਲੇ ਗਿਆ? ਉਹ ਬੁੱਕ ਜਿਹਦੇ ਦੁਆਲੇ ਤੁਸੀਂ ਘੁੰਮਣਾ ਸੀ, ਉਹ ਕਿਉਂ ਤੁਸੀਂ ਲੁਕਾ ਲਈ? ਲੋਕ ਸਵਾਲ ਕਰਨਗੇ। ਹੁਣ ਇਹ ਦੋਵੇਂ ਧਿਰਾਂ ਜਦੋਂ ਆਪਸ ਵਿੱਚ ਫਸ ਗਈਆਂ, ਲੋਕ ਸਮਝਦੇ ਸੀ ਕਿ ਇਸ ਵਾਰੀ ਕਾਂਗਰਸ ਤੇ ਅਕਾਲੀ ਦਲ ਤੇ ਭਾਜਪਾ ਨੂੰ ਵਕਤ ਪਊਗਾ। ਲੋਕ ਕਹਿੰਦੇ ਆ ਇਹਨਾਂ ਨੇ ਕੀਤਾ ਕੱਖ ਨਹੀਂ ਸਾਰਿਆਂ ਨੇ, ਇਹਨਾਂ ਨਾਲੋਂ ਕੋਈ ਬਦਲਵਾਂ ਤਰੀਕਾ ਅਪਣਾਓ। ਤੇ ਹੁਣ ਜਿਨ੍ਹਾਂ ਨੇ ਬਦਲਣਾ ਸੀ ਉਹੀ ਇੱਕ ਦੂਜੇ ਦੇ ਖਿਲਾਫ ਗੰਡਾਸਾ ਕੱਢੀ ਫਿਰਦੇ ਆ, ਉਹੀ ਇੱਕ ਦੂਜੇ ਦੇ ਨਾਲ ਗੁੱਥਮ ਗੁੱਥਾ ਨੇ। ਆਉਂਦੇ ਦਿਨਾਂ ਦੇ ਵਿੱਚ ਇਸ ਰਾਜਨੀਤੀ ਨੂੰ ਪੰਜਾਬ ਦੇ ਲੋਕ ਕਿਵੇਂ, ਮੈਨੂੰ ਤਾਂ ਕਈ ਵਾਰੀ ਲੱਗਦਾ ਹੁੰਦਾ ਕਿ ਜਿੰਨੇ ਖਾਹਿਸ਼ੀ ਲੋਕ ਨੇ, ਜਿਨ੍ਹਾਂ ਦਾ ਕਿਤੇ ਹੋਰ ਲੱਗਦਾ ਨਹੀਂ ਲੱਗਦਾ, ਉਹ ਜਦੋਂ ਇਸ ਤਰ੍ਹਾਂ ਦੀ ਤਬਦੀਲੀ ਦੀ ਕੋਈ ਲਹਿਰ ਚੱਲਦੀ ਆ ਤਾਂ ਉਹਦੇ ਵਿੱਚ ਵੜ ਕੇ ਉਹਦੇ ਚੋਂ ਫਾਇਦਾ ਚੱਕਣ ਦੀ ਵੀ ਕੋਸ਼ਿਸ਼ ਕਰਦੇ ਆ। ਹੁਣ ਜਿਹੜੇ ਇਹਨਾਂ ਤਬਦੀਲੀਆਂ ਦੇ ਨਜ਼ਰੀਓਂ ਚੱਲੀਆਂ ਲਹਿਰਾਂ ਦੀ ਅਗਵਾਈ ਕਰਦੇ ਆ, ਉਹਨਾਂ ਨੂੰ ਅੱਗੇ ਨਾਲੋਂ ਜ਼ਿਆਦਾ ਸਤਰਕ ਤੇ ਸੁਚੇਤ ਹੋਣ ਦੀ ਲੋੜ ਆ ਕਿ ਤੁਹਾਡੇ ਅੰਦਰ ਬੜੇ ਲੋਕ, ਦੂਜੀਆਂ ਪਾਰਟੀਆਂ ਦੇ ਪਲਾਂਟ ਕੀਤੇ ਲੋਕ, ਦੂਜੀਆਂ ਧਰਾਵਾਂ ਚੋਂ ਵਹਿ ਕੇ ਤੁਹਾਡੇ ਸਤਹ ਤੇ ਫਿਰਦੇ ਲੋਕ ਤੁਹਾਨੂੰ ਕਿਤੇ ਡੂੰਘੇ ਪਾਣੀਆਂ 'ਚ ਨਾ ਲੈ ਜਾਣ। ਇਹ ਬੜੀ ਵੱਡੀ ਗੱਲ ਆ। ਔਰ ਇਹ ਸੋ ਕਾਲਡ ਇੰਟੈਲੈਕਚੁਅਲ ਬੜੇ ਹੁੰਦੇ ਇਹਨਾਂ ਮੌਕਿਆਂ ਦੇ ਉੱਤੇ, ਜਿਹੜੇ ਆਪਣੇ ਆਪ ਪੇਸ਼ ਹੁੰਦੇ ਆ, ਜਿਹੜੇ ਜਾ ਕੇ ਕਹਿੰਦੇ ਆ। ਕਿਉਂਕਿ ਵੱਡਾ ਸਵਾਲ ਇਹ ਆ ਕਿ ਇੰਟੈਲੈਕਚੁਅਲ ਉਹ ਆ ਜਿਹੜਾ ਕੰਪੈਰੀਟਿਵ ਸਟੱਡੀ ਕਰਦਾ ਹੈ, ਜਿਹੜਾ ਇਤਿਹਾਸ ਨੂੰ ਪੜ੍ਹਦਾ ਹੈ। ਇੰਟੈਲੈਕਚੁਅਲ ਉਹ ਆ ਜਿਹੜਾ ਅੰਕੜਿਆਂ ਦੇ ਨਾਲ ਜਾਂਦਾ ਹੈ, ਜਿਹੜਾ ਦੂਜਿਆਂ ਨੂੰ ਨਿਰਪੱਖ ਹੋ ਕੇ ਰਾਏ ਦਿੰਦਾ ਵੱਖ-ਵੱਖ ਪਲੇਟਫਾਰਮ ਤੋਂ। ਉਹ ਨਹੀਂ ਕਿ ਜਿਹੜਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਤੱਕ ਟਰੈਵਲ ਕਰਦਾ ਫਿਰਦਾ। ਉਹ ਨਹੀਂ ਕਿ ਜਿਹੜਾ ਜਾ ਕੇ ਹਮੇਸ਼ਾ ਇਹ ਲੱਭਦਾ ਕਿ ਮਲਾਈ ਕਿੱਥੋਂ ਮਿਲ ਜਾਣੀ ਆ, ਕਿੱਥੋਂ ਸਾਨੂੰ ਨਾਮਜ਼ਦਗੀਆਂ ਮਿਲ ਜਾਣੀਆਂ, ਅਹੁਦੇ ਮਿਲ ਜਾਣੇ ਆ। ਅਸੀਂ ਤੁਹਾਡੇ ਰੂਬਰੂ ਖੜੇ ਆ, ਸਾਰੇ ਲੋਕ ਜਿੰਨੇ ਵੀ ਆ, ਤੁਹਾਨੂੰ ਪਛਾਣ ਕਰਨ ਦੀ ਲੋੜ ਆ ਕਿ ਸਾਡੀਆਂ ਖਾਹਿਸ਼ਾਂ ਸਾਡੇ ਪਲੇਟਫਾਰਮ ਨਾਲੋਂ ਵੱਡੀਆਂ ਤਾਂ ਨਹੀਂ। ਅਸੀਂ ਲੋਕ ਇੱਥੋਂ ਕੀ ਕੱਢਣਾ ਪਾਉਣਾ ਚਾਹੁੰਦੇ ਆ, ਸਭ ਨੂੰ ਸੋਚਣਾ ਪਊਗਾ। ਪੰਜਾਬ ਹਤੈਸ਼ੀਆਂ ਦਾ ਇਸ ਵੇਲੇ ਇਕਾਲ ਪਿਆ ਹੋਇਆ, ਦਾਅਵਾ ਕਰਨ ਵਾਲੇ ਮਖੌਟੇ ਪਾਈ ਫਿਰਦੇ ਆ, ਚਿਹਰਿਆਂ ਤੇ ਚਿਹਰੇ ਚੜੇ ਹੋਇਆ, ਕਿਹਦਾ ਕੋਈ ਮਕਸਦ ਆ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ। ਪਰ ਪੰਜਾਬੀ ਬੜੇ ਸਿਆਣੇ ਆ, ਹੂੰਜ ਕੇ ਸੁੱਟ ਦਿਓ ਜਿਹੜੇ ਵੀ ਤੁਹਾਨੂੰ ਗੁਨਾਹਗਾਰ ਲੱਗਦੇ ਆ। ਹੁਣ ਦੱਸਿਓ ਜੀ ਮੈਨੂੰ ਕਿ ਇਹਨੂੰ ਕਿਵੇਂ ਵੇਖੀਏ ਵਰਤਾਰਿਆਂ ਨੂੰ। ਤੁਸੀਂ ਇੱਕ ਗੱਲ ਬੜੀ, ਸੰਨ 2014 ਤੇ ਫੇਰ ਜਾਊਂਗਾ, ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕਿੰਨੇ ਚਿਹਰੇ ਇਹਦੇ ਨਾਲ ਜੁੜੇ ਸੀ ਆਮ ਆਦਮੀ ਪਾਰਟੀ ਨਾਲ। ਤੁਸੀਂ ਦੇਖੋ ਭਗਵੰਤ ਮਾਨ ਜਿਹੜੇ ਪ੍ਰਧਾਨ ਨੇ, ਬਹੁਤ ਮਕਬੂਲ ਨੇਤਾ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਲੇਕਿਨ ਸੰਨ 2014 ਤੋਂ ਲੈ ਕੇ ਸੰਨ 2019 ਤੱਕ ਜਦੋਂ ਦੁਬਾਰਾ ਲੋਕ ਸਭਾ ਚੋਣਾਂ ਹੁੰਦੀਆਂ, ਉਹਨਾਂ ਦੀ ਮਕਬੂਲੀਅਤ ਦੇ ਵਿੱਚ ਵੀ ਬਹੁਤ ਗਿਰਾਵਟ ਆਉਂਦੀ ਆ। ਉਹੀ ਭਗਵੰਤ ਮਾਨ ਜਿਹੜੇ ਸੰਨ 2014 ਦੇ ਵਿੱਚ 2,11,000 ਵੋਟਾਂ ਦੇ ਫਰਕ ਨਾਲ ਜਿੱਤੇ ਸੀ, ਉਹ ਸੰਨ 2019 ਦੇ ਵਿੱਚ 1 ਲੱਖ ਤੋਂ ਵੀ ਵੱਧ ਵੋਟਾਂ ਦੇ ਫਰਕ ਉਹਨਾਂ ਦਾ ਘਟ ਜਾਂਦਾ। ਸੋ ਮੇਰਾ ਕਹਿਣ ਦਾ ਮਤਲਬ ਕਿ ਜਿਹੜਾ ਫਰਕ ਸੀ ਉਹ ਘਟ ਰਿਹਾ ਲਗਾਤਾਰ। ਸੋ ਇਹੀ ਗੱਲ ਜਿਹੜੀ ਤੁਹਾਡੀ ਮੈਂ ਗੱਲ ਦੀ ਪ੍ਰੌੜਤਾ ਕਰਦਾ ਕਿ ਜਿਹੜੇ ਲੋਕਾਂ ਦਾ ਇਹਨਾਂ ਪਾਰਟੀਆਂ ਤੋਂ ਕਿਤੇ ਨਾ ਕਿਤੇ ਜਿਹੜਾ ਭਰੋਸਾ ਇਸ ਕਰਕੇ ਜਾਂ ਨੇਤਾਵਾਂ ਤੋਂ ਉੱਠ ਰਿਹਾ ਕਿ ਕੋਈ ਆਈਡੀਓਲੋਜੀ ਦੀ ਗੱਲ ਜਿਹੜੀ ਆ ਉਹ ਫਿੱਕੀ ਪੈ ਗਈ ਆ, ਉਹ ਲਾਈਨ ਜਿਵੇਂ ਕਹਿੰਦੇ ਅੰਗਰੇਜ਼ੀ 'ਚ ਬਲਰ ਹੋ ਗਈ ਆ, ਮੱਧਮ ਪੈ ਗਈ ਆ। ਹਰ ਕੋਈ ਕਿਸੇ ਵੀ ਪਾਰਟੀ 'ਚ ਜਾਂ ਕਿਸੇ ਵੀ ਕੀਮਤ ਤੇ ਜਾਣ ਨੂੰ ਤਿਆਰ ਆ ਰੰਧਾਵਾ ਜੀ। ਇਸ ਗੱਲ ਦਾ ਲੋਕਾਂ ਨੂੰ ਕਿਤੇ ਨਾ ਕਿਤੇ ਨਿਰਾਸ਼ਾ ਵੀ ਆ, ਉਹਨਾਂ ਨੂੰ ਨਮੋਸ਼ੀ ਵੀ ਆ। ਲੇਕਿਨ ਉਹਨਾਂ ਕੋਲੇ, ਉਹਨਾਂ ਦੇ ਹੱਥ ਦੇ ਵਿੱਚ ਬਹੁਤ ਜ਼ਿਆਦਾ ਆਪਸ਼ਨਸ ਨਹੀਂ ਆ। ਜਾਂ ਸਾਡੇ ਕੋਲੇ ਜੇ ਕੋਈ ਕੈਂਡੀਡੇਟ ਪਰਫਾਰਮ ਨਹੀਂ ਕਰਦਾ, ਅਸੀਂ ਉਹਨੂੰ ਵਾਪਸ ਨਹੀਂ ਬੁਲਾ ਸਕਦੇ, ਅਸੀਂ ਉਹਨੂੰ ਐਮਐਲਏ ਦੀ ਪੋਜੀਸ਼ਨ ਤੋਂ ਲਾ ਨਹੀਂ ਸਕਦੇ, ਅਸੀਂ ਉਹਨਾਂ ਨੂੰ 5 ਸਾਲ ਸਾਨੂੰ ਦੇਣੇ ਹੀ ਪੈਂਦੇ ਆ। ਇਸ ਤਰ੍ਹਾਂ ਦੀਆਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵਿਚਾਰਾਂ ਹੋਈਆਂ ਸੀ ਕਿ ਜੇ ਕੋਈ ਕੈਂਡੀਡੇਟ ਪਰਫਾਰਮ ਨਾ ਕਰੇ ਤਾਂ ਘੱਟੋ ਘੱਟ 2.5 ਸਾਲਾਂ ਬਾਅਦ ਇਸ ਤਰ੍ਹਾਂ ਦੀ ਚੋਣ ਜ਼ਰੂਰ ਹੋਣੀ ਚਾਹੀਦੀ ਆ ਕਿ ਜੇ ਕੋਈ ਕੈਂਡੀਡੇਟ ਤੁਹਾਡੀਆਂ ਉਮੀਦਾਂ ਤੇ, ਤੁਹਾਡੀਆਂ ਆਸ਼ਾਵਾਂ ਤੇ ਖਰਾ ਨਹੀਂ ਉਤਰਦਾ ਤੇ ਘੱਟੋ ਘੱਟ ਰਾਈਟ ਟੂ ਰੀਕਾਲ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਇਹਨੂੰ ਵਾਪਸ ਬੁਲਾਉਣੇ ਆ, ਇਹ ਬੰਦੇ ਨੇ ਸਾਡੀਆਂ ਉਮੀਦਾਂ ਤੇ ਇਹ ਵਧੀਆ ਪਰਫਾਰਮ ਨਹੀਂ ਕੀਤਾ। ਖੈਰ, ਲੋਕਤੰਤਰ ਆ, ਡੈਮੋਕ੍ਰੇਸੀ ਆ, ਬਹੁਤ ਸਾਰੇ ਸੁਝਾਅ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦਿੱਤੇ ਜਾ ਸਕਦੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦੇ ਵਿੱਚ ਅਸੀਂ ਬਹੁਤ ਸਾਰੇ ਰਿਫਾਰਮਸ ਵੇਖ ਸਕਦੇ ਹਾਂ। ਲੇਕਿਨ ਲਗਾਤਾਰ ਇਸ ਲੋਕਤੰਤਰ ਨੇ ਅੱਗੇ ਵਧਣਾ ਤੇ ਨਾਲ ਦੀ ਨਾਲ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਇਹ ਲੋਕਤੰਤਰ, ਮੈਨੂੰ ਲੱਗਦਾ, ਮੈਨੂੰ ਉਮੀਦ ਆ, ਇਹ ਮੈਚੁਰ ਵੀ ਹੋਊਗਾ, ਹੋਰ ਜ਼ਿਆਦਾ ਜਿਹੜਾ ਹੈ ਉਹ ਅੱਗੇ ਮਜ਼ਬੂਤ ਹੋ ਕੇ ਅੱਗੇ ਵਧੂਗਾ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਉਹ ਇੱਕ ਕਸੂਤੀ ਜੀ ਮੁਹਾਵਰਾ ਹੈ ਪੰਜਾਬੀ ਦਾ, ਅਖੇ ਜਿੰਨਾ ਤੰਗ ਸਵਾਈਆਂ ਹੁੰਦੀਆਂ ਰਾਹ ਵੀ ਰੱਖੇ ਹੁੰਦੇ ਆ।
ਇੱਥੇ ਜੀ ਜਿਹੜੇ ਸੰਵਿਧਾਨਕ ਤੌਰ ਤੇ ਜਿਹੜੇ ਦਲ ਬਦਲੂਆਂ ਦੀ ਗੱਲ ਸੀ, ਜਿਹੜੇ ਕਿਧਰੋਂ ਜਿੱਤ ਕੇ ਦੂਜੀ ਪਾਰਟੀ 'ਚ ਸ਼ਿਫਟ ਹੁੰਦੇ ਆ, ਉਹਨਾਂ ਦੇ ਉੱਤੇ ਕਾਨੂੰਨ ਤਾਂ ਬਣਿਆ ਦਲ ਬਦਲੀ ਦਾ, ਤੇ ਇਹਨੂੰ ਬਰਖਾਸਤ ਕਰ ਦਿਓ ਜੀ, ਉਹਦੀ ਮੈਂਬਰੀ ਉਹ ਹੋਵੇ ਲੋਕ ਸਭਾ ਜਾਂ ਭਾਵੇਂ ਵਿਧਾਨ ਸਭਾਵਾਂ ਦੀ, ਉਹ ਰੱਦ ਹੋ ਜਾਊਗੀ। ਇਹ ਦੋ ਘੱਟੋ ਘੱਟ ਪਲੇਟਫਾਰਮ ਲਈ ਤਾਂ ਹੈਗਾ ਨਾ। ਲੇਕਿਨ ਮੈਨੂੰ ਦੱਸੋ, ਪੰਜਾਬ ਦੇ ਵਿੱਚ ਪਿਛਲੇ 5 ਸਾਲਾਂ 'ਚ ਇੱਕ MLA ਨੂੰ ਛੱਡ ਕੇ ਕਿੰਨਿਆਂ ਕੁ ਦੇ ਜਿਹੜੇ ਆ ਉਹ ਮੈਂਬਰਸ਼ਿਪ ਰੱਦ ਹੋਈ? ਉਹੀ ਗੱਲ ਨਾ, ਅਸੀਂ ਜੋ ਮਰਜ਼ੀ ਕਰਨਾ ਹੈ, ਲੇਕਿਨ ਸਾਡੇ ਕੋਲ ਚੋਰ ਮੋਰੀਆਂ ਇੰਨੀਆਂ ਨੇ, ਤੁਸੀਂ 100 ਸੰਵਿਧਾਨਕ ਸੋਧਾਂ ਕਰ ਲਓ, ਪਰ ਜਦੋਂ ਤੱਕ ਅਸੀਂ ਜੁਗਾੜੀ ਆ, ਜੁਗਾੜ ਤਾਂ ਕਰਦੇ ਰਵਾਂਗੇ। ਪੰਜਾਬੀਆਂ ਦੇ ਤੇ ਖੂਨ 'ਚ ਜੁਗਾੜ, ਕਹਿੰਦੇ ਕੈਨੇਡਾ ਸਾਰਾ ਜੁਗਾੜ ਹੋਇਆ ਪਿਆ। ਸਾਡੇ ਬੰਦਿਆਂ ਨੇ ਜਾ ਕੇ ਉੱਥੋਂ ਦੇ ਕਾਨੂੰਨ 'ਚ ਕਈ ਮੋਰੀਆਂ ਲੱਭ ਲਈਆਂ। ਕਹਿੰਦੇ ਆ ਉਹ ਪੁਲਿਸ ਸਾਹਮਣੇ ਖੜੀ ਹੁੰਦੀ ਆ ਤੇ ਉਹ ਕਹਿੰਦੇ ਨਾ, ਕਾਨੂੰਨ ਦੇ ਦਾਇਰੇ 'ਚ ਨਹੀਂ, ਅਸੀਂ ਤਾਂ ਕਾਨੂੰਨ ਦੇ ਦਾਇਰੇ 'ਚ ਆ, ਕੰਮ ਸਾਰਾ ਪੁੱਠਾ ਕਰਨਾ ਹੈ। ਉੱਥੇ ਕਈ ਕੁਝ, ਔਰ ਸਾਡੇ ਦੇਸ਼ਾਂ, ਬਾਹਰਲੇ ਦੇਸ਼ਾਂ 'ਚ ਗਏ, ਸ਼ੁਰੂਆਤ ਵਿੱਚ ਬੜੇ ਸ਼ਰੀਫ ਭੋਲੇ ਭਾਲੇ ਰਹੇ। ਪੰਜਾਬੀਆਂ ਦੇ ਸੁਭਾਅ 'ਚ ਆ ਵੈਸੇ ਨੱਠ-ਖੱਟ ਨੇ, ਲੜਾਕੂ ਨੇ, ਯੋਧੇ ਨੇ, ਡਰਾਕਲ ਵੀ ਵਾਹਵਾ ਨੇ। ਔਰ ਕਿਤੇ ਕਿਤੇ ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਵੀ ਅਣਖ ਦੇ ਪਿੱਛੇ ਤੇ ਅਸੀਂ ਜਿਹੜੀ ਸਾਡੀ ਇਤਿਹਾਸ ਦੇ ਓਲਿਓਂ ਦੀ ਲੁਕ ਕੇ ਜਿਹੜੀਆਂ ਸ਼ਰਾਰਤਾਂ ਕਰਦੇ ਆ ਨਾ, ਤੇ ਕਈ ਵਾਰੀ ਅਸੀਂ ਸ਼ਰਮਿੰਦਾ ਵੀ ਕਰ ਆਉਂਦੇ ਆਪਣੇ ਪੁਰਖਿਆਂ ਦੀਆਂ ਪਾਈਆਂ ਪੈੜਾਂ ਨੂੰ। ਹੁਣ ਮੈਨੂੰ ਜਾਂਦੇ ਜਾਂਦੇ ਦੱਸ ਦਿਓ, ਵੈਸੇ ਤਾਂ ਅਗਲੇ ਦਿਨਾਂ 'ਚ ਦਰਜਨਾਂ ਨਹੀਂ, ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਦੀ ਤਾਦਾਦ 'ਚ ਸ਼ਿਕਾਇਤਾਂ ਹੋਣੀਆਂ, ਤੇ ਉਹ ਸ਼ਿਕਾਇਤਾਂ ਦੇ ਉੱਤੇ ਨੋਟਿਸ ਸਰਵ ਹੋਣੇ ਆ, ਤੇ ਬਾਅਦ ਦੇ ਵਿੱਚ ਧੂੜ ਮਿੱਟੀ 'ਚ ਪਏ ਰਹਿਣਗੇ ਜਾਂ ਜਵਾਬੀ ਹੁੰਦੇ ਰਹਿਣਗੇ। ਪਰ ਪਹਿਲਾ ਨੋਟਿਸ ਜਿਹੜਾ, ਉਹਦੇ ਤੇ ਗੱਲ ਕਰ ਲਈਏ, ਅਕਾਲੀ ਦਲ ਵਾਲਿਆਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਚੋਣ ਕਮਿਸ਼ਨ ਨੂੰ ਲਿਖਿਆ, ਤੇ ਚੋਣ ਕਮਿਸ਼ਨ ਨੇ ਅੱਗੇ ਕੁਝ ਕੀਤਾ ਹੈ। ਇਹ ਪਹਿਲੇ ਦਿਨ ਤੇ ਆਖਰੀ ਦਿਨ ਇਹਦੀ ਗੱਲ ਕਰਾਂਗੇ, ਫਿਰ ਕੋਈ ਬਹੁਤ ਵੱਡਾ ਫਸਿਆ ਤੇ ਉਹਦੇ ਤੇ ਕਰਾਂਗੇ। ਮੈਨੂੰ ਦੱਸ ਦਿਓ ਕਿ ਚੋਣ ਕਮਿਸ਼ਨ ਦੇ ਦੰਦ ਕਿੰਨੇ ਕੁ ਤਿੱਖੇ ਹੁੰਦੇ ਆ, ਜਾਂ ਫਿਰ ਇਹਨੂੰ ਬਿਨਾਂ ਦੰਦਾਂ ਵਾਲਾ ਸ਼ੇਰ ਮੰਨ ਕੇ ਚੱਲੀਏ ਵੀ ਥੋੜੀ ਜਿਹੀ ਭਬਕ ਹੋਊਗੀ ਤੇ ਫਿਰ ਸ਼ਾਂਤੀ ਹੋ ਜਾਇਆ ਕਰੂਗੀ? ਕੀ ਕਹਿੰਦੇ ਹੋ? ਦੇਖੋ, ਚੋਣ ਕਮਿਸ਼ਨ ਦੀ ਜਿਹੜੀ ਆਪਣੀ ਭਰੋਸੇਯੋਗਤਾ, ਉਹ ਇਸ ਵਾਰੀ ਬਹੁਤ ਵੱਡੇ ਦਾਅ ਤੇ ਹੈ। ਜਿਹੜੀਆਂ ਪਹਿਲੀਆਂ ਪੁਰਾਣੀਆਂ ਇਲੈਕਸ਼ਨਸ ਹੋਈਆਂ ਸੀ, ਖਾਸ ਤੌਰ ਤੇ ਜੇ ਅਸੀਂ ਵੈਸਟ ਬੰਗਾਲ ਦੀਆਂ ਇਲੈਕਸ਼ਨ ਜਾਂ ਉਹਨਾਂ ਦਿਨਾਂ ਦੀ ਕੇਰਲ ਦੀਆਂ ਇਲੈਕਸ਼ਨ, ਉਸ ਟਾਈਮ ਬਹੁਤ ਸਾਰੇ ਦੋਸ਼ ਚੋਣ ਕਮਿਸ਼ਨ ਤੇ ਲੱਗੇ ਸੀ। ਔਰ ਮੈਨੂੰ ਲੱਗਦਾ ਚੋਣ ਕਮਿਸ਼ਨ ਵੀ ਚਾਹੁੰਦਾ ਕਿ ਜਿਹੜੇ ਇਹ ਦਾਗ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਫ਼ ਹੋ ਜਾਣ। ਉਹ ਚਾਹੂਗਾ ਜ਼ਰੂਰ ਜਿਹੜੇ ਉਹਦੇ ਅਫਸਰ ਆ, ਕਿਉਂਕਿ ਸੰਵਿਧਾਨ ਨੇ ਉਹਨਾਂ ਨੂੰ ਹਰ ਤਰ੍ਹਾਂ ਦੇ ਹੱਕ ਦਿੱਤੇ ਆ, ਬਹੁਤ ਜ਼ਿਆਦਾ ਤਾਕਤ ਦਿੱਤੀ ਆ, ਲੇਕਿਨ ਉਹਨਾਂ ਨੇ ਵਰਤਣੀ ਕਿਸ ਤਰ੍ਹਾਂ, ਇਹ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ। ਤੇ ਕੀ ਉਹਨਾਂ 'ਚ ਦਮ ਹੈ, ਰੀੜ ਦੀ ਹੱਡੀ ਹੈ ਕਿ ਉਹ ਵਰਤਣਗੇ? ਇੱਕ ਤਾਂ ਗੱਲ ਇਹ ਆ। ਜਿੱਥੋਂ ਤੱਕ ਅਗਲੀ ਗੱਲ ਆਉਂਦੀ ਆ, ਉਹਨਾਂ ਨੇ ਹੁਣ ਇੱਕ ਡਿਜੀਟਲ ਐਪ ਦਿੱਤੀ ਹੈ, ਸੀ ਵਿਜਿਲ ਕਰਕੇ। ਉਸ ਮਾਧਿਅਮ ਰਾਹੀਂ ਪੰਜਾਬ ਦੇ ਵਿੱਚ ਪਹਿਲੀ ਸ਼ਿਕਾਇਤ ਹੋਈ ਹੈ, ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਆ ਆਮ ਆਦਮੀ ਪਾਰਟੀ ਦੇ ਖਿਲਾਫ। ਦਰਅਸਲ ਰੰਧਾਵਾ ਜੀ, ਇੱਕ ਇਸ਼ਤਿਹਾਰ ਉੱਥੇ ਚੱਲ ਰਿਹਾ ਪਟਿਆਲੇ ਦੇ ਵਿੱਚ, ਪਟਿਆਲੇ ਹਲਕੇ ਦੇ ਵਿੱਚ। ਉਸ ਇਸ਼ਤਿਹਾਰ ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਪੈਸੇ ਸਾਰੀਆਂ ਪਾਰਟੀਆਂ ਤੋਂ ਲੈ ਲਓ, ਲੇਕਿਨ ਵੋਟ ਆਮ ਆਦਮੀ ਨੂੰ ਪਾਇਓ, ਆਮ ਆਦਮੀ ਪਾਰਟੀ ਨੂੰ, ਤੇ ਝਾੜੂ ਤੇ ਜਿਹੜੀ ਮੋਹਰ ਲਾਉਣੀ ਆ। ਤੁਸੀਂ ਯਾਦ ਕਰੋ, ਅਰਵਿੰਦ ਕੇਜਰੀਵਾਲ, ਇਹ ਤਾਂ ਇਸ਼ਤਿਹਾਰ ਆਇਆ। ਅਰਵਿੰਦ ਕੇਜਰੀਵਾਲ ਹੁਣੀ ਅਕਸਰ ਸਟੇਜਾਂ ਤੋਂ, ਬਹੁਤ ਸਾਰੇ ਮੰਚਾਂ ਤੋਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਤੁਸੀਂ ਵੋਟ ਜਿਹੜੀ ਆ ਉਹ ਪਾਉਣ ਲੱਗੇ ਝਾੜੂ ਨੂੰ ਪਾਇਓ, ਲੇਕਿਨ ਪੈਸੇ ਜੇ ਤੁਹਾਨੂੰ ਦਿੰਦਾ ਮਨਾ ਨਾ ਕਰਿਓ, ਨਾ ਕਰਿਓ, ਪੈਸੇ ਨੂੰ, ਪੈਸੇ ਫੜ ਲਿਓ। ਇਸ ਗੱਲ ਦੀ ਬਹੁਤ ਆਲੋਚਨਾ ਹੋਈ ਸੀ। ਉਸ ਵਕਤ ਸ਼ਾਇਦ ਇਹ ਲੱਗਦਾ ਸੀ ਕਿ ਅਰਵਿੰਦ ਕੇਜਰੀਵਾਲ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਪੈਸੇ ਲੈਣ ਦੀ ਇੱਕ ਤਰ੍ਹਾਂ ਦੀ ਰਵਾਇਤ ਕਹਿ ਲਓ, ਇੱਕ ਪ੍ਰਥਾ ਪੈ ਗਈ ਆ, ਜਾਂ ਇੱਕ ਰਿਵਾਜ ਬਣ ਗਿਆ, ਉਸ ਨੂੰ ਤੋੜਨਾ ਚਾਹੁੰਦੇ ਆ, ਜਾਂ ਕਰਪਸ਼ਨ ਨੂੰ ਹਟਾਉਣਾ ਚਾਹੁੰਦੇ ਆ। ਲੇਕਿਨ ਹੁਣ ਜਿਹੜਾ ਇਸ ਚੀਜ਼ ਨੂੰ ਮਹਿਸੂਸ ਕੀਤਾ ਜਾ ਰਿਹਾ ਕਿ ਉਹ ਇੱਕ ਤਰ੍ਹਾਂ ਦਾ ਕਰਪਸ਼ਨ ਨੂੰ ਵਾਧਾ ਉੱਚ ਕਰ ਰਿਹਾ, ਉਸ ਨੂੰ ਇਨਕਰੇਜ ਕਰ ਰਿਹਾ। ਇਸ ਤਰ੍ਹਾਂ ਇਸ ਪਾਰਟੀ ਨੇ ਲਿੱਤਾ, ਤੇ ਇਲੈਕਸ਼ਨ ਕਮਿਸ਼ਨ ਨੇ ਵੀ ਇਹਨੂੰ ਇਸ ਤਰ੍ਹਾਂ ਹੀ ਲਿੱਤਾ। ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਇਸ ਵਾਰੀ ਜਦੋਂ ਇਲੈਕਸ਼ਨ ਅਨਾਉਂਸ ਕੀਤੇ, ਉਹਨਾਂ ਨੇ ਕਿਹਾ ਸੀ, ਅੰਗਰੇਜ਼ੀ ਜਿਹੜੀ ਇੰਡਿਊਸਮੈਂਟ ਆ, ਕਿਸੇ ਨੂੰ ਲਾਲਚ ਦੇਣਾ, ਲਾਲਚ ਦੇ ਕੇ ਵੋਟ, ਇੱਕ ਤਰ੍ਹਾਂ ਦਾ ਇਲੈਕਸ਼ਨ ਕਮਿਸ਼ਨ ਨੇ ਮੰਨਿਆ ਵੀ ਇਹ ਵੀ ਇੱਕ ਤਰ੍ਹਾਂ ਦਾ ਲਾਲਚ ਹੈ, ਜੋ ਤੁਸੀਂ ਕਹਿੰਦੇ ਹੋ ਦੂਸਰਿਆਂ ਤੋਂ ਪੈਸੇ ਲੈ ਲਓ, ਵੋਟ ਸਾਨੂੰ ਪਾਇਓ। ਸੋ ਇਸ ਕਰਕੇ ਇਸ ਸ਼ਿਕਾਇਤ ਦਾ ਉਹਨਾਂ ਨੇ ਹੁਣ ਨੋਟਿਸ ਲਿੱਤਾ। ਇਸ ਵਿੱਚ ਉਹ ਕੀ ਐਕਸ਼ਨ ਲਏਗੀ? ਇੱਕ ਗੱਲ ਮੈਂ ਤੁਹਾਨੂੰ ਇਹ ਚ ਸਾਫ਼ ਕਰਦਾ ਕਿ ਜਿਹੜੇ ਡਾਕਟਰ ਬਲਬੀਰ ਸਿੰਘ ਨੇ ਪਟਿਆਲੇ ਤੋਂ, ਉਹ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਇਸ਼ਤਿਹਾਰ ਸਾਡਾ ਨਹੀਂ ਆ। ਖੈਰ, ਉਹਨਾਂ ਨੂੰ ਹੁਣ ਇਹ ਇਲੈਕਸ਼ਨ ਕਮਿਸ਼ਨ ਦੇ ਵਿੱਚ ਸਾਬਿਤ ਕਰਨਾ ਪਊਗਾ ਕਿ ਇਹ ਇਸ਼ਤਿਹਾਰ ਉਹਨਾਂ ਦੀ ਪਾਰਟੀ ਵੱਲੋਂ ਨਹੀਂ ਛਾਪਿਆ ਗਿਆ, ਤੇ ਨਾ ਹੀ ਉਹ ਇਸ ਦਾ ਸਮਰਥਨ ਕਰਦੇ ਜਾਂ ਪ੍ਰੌੜਤਾ ਕਰਦੇ ਆ। ਇਹ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਇਲੈਕਸ਼ਨ ਕਮਿਸ਼ਨ ਇਸ ਮੁੱਦੇ ਤੇ ਕਿੰਨਾ ਕੁ ਅੱਗੇ ਵੱਧਦਾ। ਜੀ ਰੰਧਾਵਾ ਜੀ, ਅਸਲ ਨਾ ਮਨਪ੍ਰੀਤ ਜੀ, ਕਈ ਵਾਰੀ ਨਾ ਗੱਲ ਕਰਨੀ ਨਹੀਂ ਹੁੰਦੀ, ਕਰਨੀ ਪੈ ਜਾਂਦੀ ਹੈ। ਡਾਕਟਰ ਬਲਬੀਰ ਸਿੰਘ ਜੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਨਿੱਜੀ ਤੌਰ ਤੇ ਉਹਨਾਂ ਨੂੰ ਜਾਣਦਾ ਨਹੀਂ,
ਪਰ ਡਾਕਟਰ ਬਲਬੀਰ ਸਿੰਘ ਜਦੋਂ ਕਿਸਾਨ ਅੰਦੋਲਨ ਸੀ, ਲਗਾਤਾਰ ਉੱਥੇ ਰਾਜੇਵਾਲ ਸਾਹਿਬ ਉਹਨਾਂ ਦੇ ਨਾਲ ਬੈਠੇ ਸੇਵਾ ਕਰਦੇ ਸੀ, ਡਾਕਟਰੀ ਪੇਸ਼ੇ ਦੇ ਨਜ਼ਰੀਏ ਤੋਂ ਉਹਨਾਂ ਦੇ ਮਾਣ ਸਨਮਾਨ ਵੀ ਹੋਏ, ਬੜਾ ਸਮਾਂ ਉਹਨਾਂ ਨੇ ਲਾਇਆ। ਹੁਣ ਸਵਾਲ ਤੇ ਵੱਡਾ ਪੈ ਗਿਆ ਵੀ ਉਹ ਜਿਸ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੇਵਾ 'ਚ ਲੱਗੇ ਸੀ, ਉਹਨਾਂ ਨੂੰ ਪੂਰੀ ਉਮੀਦ ਸੀ, ਕਿਉਂਕਿ ਹੈ ਤਾਂ ਆਮ ਆਦਮੀ ਪਾਰਟੀ ਦੇ ਸੀ, ਪਿੱਛੇ ਇਹਨਾਂ ਦੇ ਵਿਵਾਦ ਆਮ ਆਦਮੀ ਪਾਰਟੀ 'ਚ ਵੀ ਕਾਫੀ ਉਦੋਂ ਰਹੇ, ਲੇਕਿਨ ਟਿਕਟ ਮਿਲ ਗਈ ਆਮ ਆਦਮੀ ਪਾਰਟੀ ਤੋਂ ਤੇ ਯਾਰੀ ਆ ਸੰਯੁਕਤ ਸਮਾਜ ਮੋਰਚੇ ਵਾਲਿਆਂ ਨਾਲ। ਕਿਸੇ ਵੇਲੇ ਬੰਦਾ ਦੁਬਦਾ 'ਚ ਵੀ ਬੜਾ ਆਉਂਦਾ ਕਿ ਯਾਰ ਟਿਕਟ ਉਧਰੋਂ ਵੀ ਮਿਲ ਜਾਣੀ ਸੀ, ਉਧਰੋਂ ਨਾ ਲੜਦੇ, ਫਾਇਦਾ ਇਹਦਾ ਕਿ ਉਹਦਾ। ਹੁਣ ਡਾਕਟਰ ਬਲਬੀਰ ਦੀ ਦੁਬਦਾ ਉਹੀ ਜਾਣਦੇ ਹੋਣਗੇ, ਮੈਂ ਤਾਂ ਐਵੇਂ ਹੀ ਬੁੱਝੀ ਬੱਝੀ ਜਿਹਾ ਜਾਣਾ ਹੈ। ਤੇ ਮੈਨੂੰ ਇੰਝ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਦੋਨਾਂ ਪਾਰਟੀਆਂ ਵੱਲੋਂ, ਸੰਯੁਕਤ ਸਮਾਜ ਮੋਰਚੇ ਔਰ ਆਮ ਆਦਮੀ ਪਾਰਟੀ ਵੱਲੋਂ ਲੜਨ ਵਾਲਿਆਂ ਨੇ ਅਗਲੇ ਦਿਨਾਂ 'ਚ ਕਈ ਵਾਰੀ ਦੁਬਦਾ ਦਾ ਸ਼ਿਕਾਰ ਹੋਣਾ ਕਿ ਵੋਟ ਕਿਹੜੀ ਆ ਤੇ ਕਿੱਥੋਂ ਆਉਣੀ ਆ, ਤੇ ਯਾਰ ਫਲਾਣੇ ਬੰਦੇ ਨਾਲ ਜਾਂਦੇ ਤੇ ਜ਼ਿਆਦਾ ਫਾਇਦਾ ਨਹੀਂ ਸੀ, ਕਿਉਂਕਿ ਸਾਰੇ ਹੀ ਤਬਦੀਲੀ ਦੇ ਵਾਹਕ ਨੇ, ਸਾਰੇ ਹੀ ਕਹਿੰਦੇ ਸੀ ਤਬਦੀਲੀ ਹੋਣੀ ਚਾਹੀਦੀ ਆ। ਹੁਣ ਤਬਦੀਲੀ ਵਾਲੇ ਲੜਨਗੇ ਤੇ ਬਾਕੀ ਆਪਣੀ ਜਿਹੜੀ ਸੁਰੱਖਿਅਤ ਵੋਟ ਬੈਂਕ ਨਾਲ ਅੱਗੇ ਵਧਦੇ ਆ ਕਿ ਨਹੀਂ। ਹੁਣ ਇਹ ਦੂਜੀਆਂ ਰਵਾਇਤੀ ਪਾਰਟੀਆਂ ਦੇ ਵੋਟ ਬੈਂਕ 'ਚ ਕਿੰਨਾ ਸੰਨ ਲਾਉਂਦੇ, ਕਿਉਂਕਿ ਜਦੋਂ ਕਿਸਾਨੀ ਦੀ ਗੱਲ ਹੁੰਦੀ ਹੈ ਕਹਿੰਦੇ ਪਹਿਲਾਂ ਅਕਾਲੀ ਦਲ ਨਾਲ ਹੁੰਦੀ ਸੀ, ਮੁੜ ਕੇ ਕਾਂਗਰਸ ਤੇ ਅਕਾਲੀ ਦਲ 'ਚ ਵੰਡੀ ਗਈ। ਹੁਣ ਉਹਨਾਂ ਦੋਨਾਂ ਦੀ ਕਿੰਨੀ ਵੋਟ ਸੰਯੁਕਤ ਸਮਾਜ ਮੋਰਚਾ ਤੋੜਦਾ ਤੇ ਬਦਲਾਅ ਦੀ ਕਿੰਨੀ ਵੋਟ ਜਿਹੜੀ ਕੇਜਰੀਵਾਲ ਜਾਂ ਸੰਯੁਕਤ ਸਮਾਜ ਮੋਰਚੇ ਨੂੰ ਪੈਂਦੀ ਆ, ਇਹਦੀਆਂ ਗਿਣਤੀਆਂ ਮਿਣਤੀਆਂ ਸੱਥਾਂ ਤੋਂ ਮਹਿਫਲਾਂ ਤੱਕ ਹੁੰਦੀਆਂ ਰਹਿਣਗੀਆਂ ਤੇ ਉੱਥੋਂ ਤੁਰਦੀਆਂ ਫਿਰ ਸਾਡੇ ਰਾਹੀਂ ਤੁਹਾਡੇ ਤੱਕ ਵੀ ਪਹੁੰਚਦੀਆਂ ਰਹਿਣਗੀਆਂ। ਜਿੰਨਾ ਕੁ ਹਿੱਸਾ ਸਾਡਾ ਜਿੰਮੇ ਲੱਗੀ ਡਿਊਟੀ ਆ ਕੁਦਰਤ ਵੱਲੋਂ ਨਿਭਾਉਂਦੇ ਰਵਾਂਗੇ। ਤੁਸੀਂ ਸਾਥ ਬਣਾਈ ਰੱਖਿਓ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।